ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਸ਼ਲੋਕਾਂ ਦੇ ਵਿੱਚ ਹੈ। ਪਾਤਸ਼ਾਹ ਤੀਜੇ ਸਤਿਗੁਰ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 599 590 589 590 ਨੇ, ਜਿੱਥੇ ਅੱਜ ਦੇ ਹੁਕਮਨਾਮੇ ਸਾਹਿਬ ਜੀ ਸੁਭਾਇਮਾਨ ਨੇ। ਸ਼ਲੋਕਾਂ ਦੇ ਵਿੱਚ ਕਿਉਂਕਿ ਰਹਾਉ ਨਹੀਂ ਹੁੰਦਾ, ਇਸ ਕਰਕੇ ਜਿੱਥੇ ਸਤਿਗੁਰਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਨਾਮ ਦੀ ਪਵਿੱਤਰ ਵਰਤੋਂ ਹੁੰਦੀ ਹੈ, ਉਸੇ ਹੀ ਮੁਬਾਰਕ ਪੰਕਤੀ ਨੂੰ ਆਪਾਂ ਰਹਾਉ ਦੀ ਪਵਿੱਤਰ ਪਾਵਨ ਪੰਕਤੀ ਮੰਨ ਕੇ ਚੱਲਦੇ ਹਾਂ। ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਇੱਕ ਅਕਾਲ ਪੁਰਖ ਪਾਸੋਂ ਮੰਗਣ ਦੀ ਗੱਲ ਸਮਝਾਈ ਹੈ। ਇੱਕ ਅਕਾਲ ਪੁਰਖ ਪਾਸੋਂ ਹੀ ਮੰਗਣਾ ਹੈ, ਲੇਕਿਨ ਮੰਗਣਾ ਕੀ ਹੈ? ਅਗਰ ਇੱਕ ਅਕਾਲ ਪੁਰਖ ਪਾਸੋਂ ਇੱਕ ਨਾਮ ਮੰਗਣ ਦੀ ਜਾਚ ਆ ਗਈ ਤਾਂ ਸਭ ਕੁਝ ਹੀ ਮੰਗਿਆ ਗਿਆ। ਔਰ ਸਤਿਗੁਰ ਉਸ ਦੇ ਲਈ ਕਹਿੰਦੇ ਨੇ ਕਿ ਬਿਨ ਸਤਿਗੁਰ ਸੇਵੇ ਜੀਆ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਏ। ਜੇ ਇੱਕ ਸਤਿਗੁਰ ਨੂੰ ਸੇਵਣ ਦੀ ਜਾਚ ਨਾ ਆਈ ਤਾਂ, ਕਿਉਂਕਿ ਇੱਕ ਅਕਾਲ ਪੁਰਖ ਦੀ ਸੇਵਾ। ਹੁਣ ਇੱਥੇ ਪ੍ਰਸ਼ਨ ਸਵਾਲ ਫਿਰ ਇਹੋ ਹੀ ਹੈ ਕਿ ਸੇਵਾ ਕੀ ਹੈ? ਕਿਉਂਕਿ ਜਿਸ ਵਕਤ ਵੀ ਆਪਾਂ ਸੇਵਾ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡਾ ਧਿਆਨ ਦੁਨਿਆਵੀ ਤੌਰ ਪਰ ਉਹਨਾਂ ਸਰੀਰਕ ਸੇਵਾ ਦੀਆਂ ਕਿਰਿਆਵਾਂ ਉੱਪਰ ਚਲਿਆ ਜਾਂਦਾ ਹੈ। ਜਿਨ੍ਹਾਂ ਸਰੀਰਕ ਸੇਵਾਵਾਂ ਦੀ ਕਿਰਿਆਵਾਂ ਦੇ ਵਿੱਚ ਹੁੰਦਾ ਕੀ ਹੈ? ਜਿਵੇਂ ਸਰੀਰਕ ਸੇਵਾਵਾਂ, ਮੈਂ ਇੱਥੇ ਕਿਸੇ ਸੇਵਾ ਨੂੰ ਕੰਡੈਮ ਨਹੀਂ ਕਰ ਰਿਹਾ, ਸਾਰੀਆਂ ਸੇਵਾਵਾਂ ਮਹਾਨ ਨੇ, ਪਰ ਮੈਂ ਸੇਵਾ ਦਾ ਅਰਥ ਸਪਸ਼ਟ ਕਰਨਾ ਚਾਹ ਰਿਹਾ। ਜੋੜੇ ਝਾੜਨ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਜੂਠੇ ਬਰਤਨ ਮਾਂਜਣ ਦੀ ਸੇਵਾ, ਕੱਪੜੇ ਧੋਣ ਦੀ ਸੇਵਾ, ਸਤਿਗੁਰਾਂ ਜੀ ਦੇ ਸਤਿਕਾਰ ਵਜੋਂ ਚੌਰ ਝੁਲਾਉਣ ਦੀ ਸੇਵਾ, ਸੰਗਤਾਂ ਦੇ ਲਈ ਪੱਖਾ ਫੇਰਨ ਦੀ ਸੇਵਾ, ਪਾਣੀ ਢੋਵਣ ਦੀ ਸੇਵਾ, ਇਹ ਸਾਰੀਆਂ ਦੀਆਂ ਸਾਰੀਆਂ ਸੇਵਾਵਾਂ ਮਹਾਨ ਨੇ। ਔਰ ਇਹਨਾਂ ਦਾ ਜਿਹੜਾ ਕਰਮ ਸੰਬੰਧ ਹੈ ਉਹ ਸਰੀਰ ਦੇ ਨਾਲ ਹੈ, ਸਰੀਰਕ ਸੇਵਾਵਾਂ। ਬਾਣੀ ਕਿਉਂਕਿ ਆਤਮਕ ਹੈ ਕਿ ਜਿਸ ਵਕਤ ਮਨ ਦੇ ਵਿੱਚ ਆਤਮਕ ਅਵਸਥਾ ਦੇ ਵਿੱਚ ਬਾਣੀ ਵਸਦੀ ਹੈ, ਉਸ ਵਕਤ ਧਿਆਨ ਦੀ ਉਹ ਕਿਰਿਆ ਸ਼ੁਰੂ ਹੁੰਦੀ ਹੈ। ਅਕਾਲ ਪੁਰਖ ਤੋਂ ਨਾਮ ਮੰਗਣ ਦੀ, ਨਾਮ ਧਿਆਉਣ ਦੀ ਕਿਰਿਆ ਸ਼ੁਰੂ ਹੁੰਦੀ ਹੈ, ਜਿਸ ਦੇ ਵਿੱਚ ਸੇਵਾ ਦਾ ਸਹੀ ਅਰਥ ਸਮਝ ਲੱਗਦਾ ਹੈ। ਅਗਰ ਉਸ ਸੇਵਾ ਦੇ ਸਹੀ ਅਰਥ ਨੂੰ ਆਪਾਂ ਸਮਝ ਗਏ ਤਾਂ ਜਿਹੜੀਆਂ ਸਰੀਰਕ ਸੇਵਾ ਦੀਆਂ ਕਿਰਿਆਵਾਂ ਨੇ ਨਾ, ਉਹ ਆਪਣੇ ਆਪ ਸਫਲ ਹੋ ਜਾਣਗੀਆਂ। ਅਨਿਅਥਾ ਹੁੰਦਾ ਕੀ ਹੈ? ਮਨੁੱਖ ਜਿਹੜੀਆਂ ਸਰੀਰਕ ਸੇਵਾਵਾਂ ਨਿਭਾਉਂਦਾ ਹੈ, ਅਗਰ ਆਤਮਕ ਪੱਖੋਂ ਸੇਵਾ ਦਾ ਅਰਥ ਨਹੀਂ ਸਮਝਿਆ ਤਾਂ ਫਿਰ ਉਹ ਸਰੀਰਕ ਸੇਵਾਵਾਂ ਦੇ ਬਦਲੇ ਕੁਝ ਨਾ ਕੁਝ ਮੰਗ ਲੈਂਦਾ ਹੈ। ਸੇਵਾ ਥੋੜ੍ਹੀ, ਮੰਗਣ ਬਹੁਤਾ, ਔਰ ਕਈ ਵਾਰੀ ਬਹੁਤ ਜ਼ਿਆਦਾ ਮੰਗ ਲੈਂਦਾ ਹੈ ਕਿ ਮੈਂ ਜੂਠੇ ਬਰਤਨਾਂ ਦੀ ਇੰਨੇ ਦਿਨ ਸੇਵਾ ਤਾਂ ਕਰਾਂਗਾ ਜੇ ਮੇਰਾ ਆਹ ਕਾਰਜ ਸਿੱਧ ਹੋ ਜਾਏਗਾ, ਜੇ ਮੇਰਾ ਆਹ ਕੰਮ ਬਣ ਜਾਵੇਗਾ ਤਾਂ ਮੈਂ ਤੇਰੇ ਦਰ ਦੇ ਉੱਤੇ ਆ ਕੇ ਆਹ ਵਾਲੀ ਸੇਵਾ ਕਰਾਂਗਾ, ਨਿਸ਼ਾਨ ਸਾਹਿਬ ਚੜਾਵਾਂਗਾ, ਰੁਮਾਲਾ ਚੜਾਵਾਂਗਾ, ਜਾਂ ਬਰਤਨ ਖਰੀਦ ਕੇ ਦੇ ਦੇਵਾਂਗਾ, ਜਾਂ ਰਜਾਈਆਂ ਖਰੀਦ ਕੇ ਦੇ ਦੇਵਾਂਗਾ, ਜਾਂ ਦੁੱਧ ਖਰੀਦ ਕੇ ਦੇ ਦੇਵਾਂਗਾ। ਜਿਹੜੀਆਂ ਵੀ ਮਨੁੱਖ ਅਜਿਹੀਆਂ ਸਰੀਰਕ ਸੇਵਾਵਾਂ, ਔਰ ਉਸ ਦੇ ਪਿੱਛੇ ਫਿਰ ਉਸ ਦੀ ਕੋਈ ਨਾ ਕੋਈ ਕਾਮਨਾ, ਕਿਉਂਕਿ ਸਰੀਰਕ ਸੇਵਾ ਜੇ ਸਿੱਧੀ ਕੀਤੀ ਜਾਵੇਗੀ ਤਾਂ ਫਿਰ ਉਸ ਦੇ ਪਿੱਛੇ ਕਾਮਨਾ ਵੀ ਸਰੀਰ ਦੇ ਨਾਲ ਸੰਬੰਧਿਤ ਹੋਵੇਗੀ। ਜਿਵੇਂ ਸਰੀਰ ਦਾ ਕੋਈ ਕੰਮ ਨਹੀਂ ਬਣਿਆ, ਸਰੀਰਕ ਰੂਪ ਦੇ ਵਿੱਚ ਫੈਕਟਰੀ ਖੋਲੀ ਚੱਲੀ ਨਹੀਂ, ਦੁਕਾਨ ਖੋਲੀ ਚੱਲੀ ਨਹੀਂ, ਔਲਾਦ ਕਹਿਣੇ ਦੇ ਵਿੱਚ ਨਹੀਂ ਹੈ। ਜਿਨ੍ਹਾਂ ਗੱਲਾਂ ਨੂੰ ਕਹਿ ਕੇ ਜਿਹੜੇ ਪਾਖੰਡੀ ਨੂੰ ਭਰਮਾਉਂਦੇ ਨੇ ਮਨੁੱਖ ਨੂੰ, ਜਿਹੜੇ ਸਾਧ ਲੋਕ ਨੇ ਜਾਂ ਜਿਹੜੇ ਪਾਖੰਡ ਕਰਨ ਵਾਲੇ ਨੇ। ਹੁਣ ਜ਼ਾਹਿਰ ਤੌਰ ਉੱਪਰ ਜੇ ਸਰੀਰਕ ਸੇਵਾ ਸਿੱਧੀ ਸ਼ੁਰੂ ਕਰ ਦਿੱਤੀ ਜਾਏਗੀ ਤਾਂ ਫਿਰ ਉਸ ਦੇ ਪਿੱਛੇ ਕੋਈ ਨਾ ਕੋਈ ਮੰਗ ਹੋਏਗੀ, ਕੋਈ ਨਾ ਕੋਈ ਕਾਮਨਾ ਹੋਵੇਗੀ, ਜਿਸ ਦਾ ਬਾਬਾ ਰਵਿਦਾਸ ਜੀ ਜ਼ਿਕਰ ਕਰਦੇ ਨੇ। ਬਾਬਾ ਜੀ ਕਹਿੰਦੇ ਨੇ, ਤੁਮ ਕਹੀਅਤ ਹੋ ਜਗਤ ਗੁਰਸਵਾਮੀ, ਹਮ ਕਹੀਅਤ ਹੈ ਕਲ ਯੁਗ ਕੇ ਕਾਮੀ। ਕਲ ਯੁਗ ਦੇ ਕਾਮੀ ਦਾ ਮਤਲਬ ਹੈ ਕਿ ਸਾਡੀ ਜਿਹੜੀ ਕਾਮਨਾ ਹੈ ਨਾ, ਉਹ ਵੀ ਕਲ ਯੁਗੀ ਹੈ, ਭਾਵ ਸਾਡੇ ਸਰੀਰ ਦੇ ਨਾਲ ਸੰਬੰਧਿਤ ਹੈ। ਹੁਣ ਇੱਥੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਸਰੀਰ ਦੇ ਨਾਲ ਸੰਬੰਧਿਤ ਕਿਸੇ ਕਾਮਨਾ ਦੇ ਪ੍ਰਤੀ ਆਪਾਂ ਮੰਗ ਨਹੀਂ ਕਰਨੀ, ਅਰਦਾਸ ਨਹੀਂ ਕਰਨੀ, ਇਹ ਸਾਡਾ ਕਰਮ ਹੈ। ਲੇਕਿਨ ਅਗਰ ਆਪਾਂ ਸੇਵਾ ਦੇ ਅੰਤਰੀਵ ਆਤਮਕ ਭਾਵ ਸਮਝ ਗਏ ਤਾਂ ਸਰੀਰਕ ਕਿਰਿਆਵਾਂ ਆਪਣੇ ਆਪ ਉਸ ਸੇਵਾ ਦੇ ਪ੍ਰਤੀ, ਜਿਹੜੀਆਂ ਸੇਵਾਵਾਂ ਆਪਾਂ ਵੈਸੇ ਵੀ ਨਿਭਾ ਰਹੇ ਹਾਂ, ਉਹਨਾਂ ਦੇ ਪ੍ਰਤੀ ਨਿਸ਼ਕਾਮ ਹੋ ਜਾਣਗੀਆਂ। ਉਹ ਫਿਰ ਅਸਲ ਸੇਵਾ ਨਿਸ਼ਕਾਮ ਹੋ ਜਾਏਗੀ। ਤਾਂ ਸਤਿਗੁਰ ਕਹਿੰਦੇ ਨੇ ਕਿ ਬਿਨ ਸਤਿਗੁਰ ਸੇਵੇ, ਬਗੈਰ ਸਤਿਗੁਰ ਦੇ ਸੇਵਿਆਂ। ਹੁਣ ਇੱਥੇ ਸੇਵਾ ਦਾ ਆਖਰੀ ਅਰਥ ਵੀ ਆਪਾਂ ਸਮਝ ਰਹੇ ਹਾਂ, ਔਰ ਜਦੋਂ ਸਤਿਗੁਰ ਦਾ ਨਾਮ ਜੁੜ ਗਿਆ ਤਾਂ ਅੰਤਰੀਵ ਭਾਵਨਾ ਆਪਣੇ ਆਪ ਸਮਝ ਲੱਗਦੀ ਹੈ, ਤਾਂ ਫਿਰ ਅੰਤਰੀਵ ਭਾਵਨਾ ਵੀ ਆਪਾਂ ਸਮਝ ਜਾਂਦੇ ਹਾਂ।
ਸੇਵਾ ਅਸਲ ਉਹ ਹੈ ਜਿਹੜਾ ਕਿਉਂਕਿ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨੇ ਮਹਾਨ ਕੋਸ਼ ਦੇ ਵਿੱਚ ਸੇਵਾ ਦਾ ਮਤਲਬ ਸਿਮਰਨ ਵੀ ਲਿਖਿਆ। ਸੇਵਾ ਦਾ ਮਤਲਬ ਸ਼ਰਨ ਪਿਆ ਹੋਇਆ ਮਨੁੱਖ ਨੂੰ, ਉਹਨੂੰ ਵੀ ਕਿਹਾ ਕਿ ਜਿਹੜਾ ਸ਼ਰਨ ਪਿਆ ਮਨੁੱਖ ਹੈ ਉਹ ਵੀ ਸੇਵਾ ਦੇ ਵਿੱਚ ਪੈ ਗਿਆ ਹੈ। ਸੇਵਾ ਨੂੰ ਭਗਤੀ ਵੀ ਲਿਖਿਆ ਉਹਨਾਂ ਨੇ, ਜਿਸ ਦਾ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਤੀਸਰੇ ਨੇ ਵੀ ਜ਼ਿਕਰ ਕੀਤਾ। ਸਤਿਗੁਰ ਕਹਿੰਦੇ ਨੇ, ਸਤਿਗੁਰ ਸੇਵੇ ਆਪਣਾ ਹਉ ਸਦ ਕੁਰਬਾਨੇ ਤਾਸ। ਜਿਹੜਾ ਉਸ ਅਕਾਲ ਪੁਰਖ ਤੇ ਕੁਰਬਾਨ ਚਲਾ ਗਿਆ ਉਸ ਨੇ ਵੀ ਸੇਵਾ ਨੂੰ ਸਮਝਿਆ। ਤੋ ਜ਼ਾਹਿਰ ਤੌਰ ਉੱਪਰ ਆਤਮਿਕ ਪੱਖੋਂ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਸੇਵਾ ਦਾ ਮਤਲਬ ਸਪਸ਼ਟ ਹੋ ਜਾਂਦਾ ਹੈ, ਜਦੋਂ ਸਿਧਾਂਤਕ ਤੌਰ ਉੱਪਰ ਆਪਾਂ ਸਮਝ ਗਏ ਕਿ ਸਤਿਗੁਰ ਦਾ ਭਾਣਾ ਮੰਨਣਾ ਕਿਵੇਂ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਸਾਨੂੰ ਕਵੇ ਕਿ ਕੋਈ ਮੇਰਾ ਕੰਮ ਕਰ ਦੇ, ਉਸ ਵਿਅਕਤੀ ਦਾ ਆਪਾਂ ਉਹ ਕੰਮ ਕਰ ਦਿੱਤਾ। ਇਸ ਦਾ ਮਤਲਬ ਕੀ ਹੋ ਗਿਆ? ਇਸ ਦਾ ਮਤਲਬ ਇਹ ਹੋ ਗਿਆ ਕਿ ਅਸੀਂ ਉਸ ਦੇ ਵੱਲੋਂ ਕਿਹਾ ਹੋਇਆ ਕੰਮ ਕਰਕੇ ਉਸ ਦੀ ਕਹੀ ਹੋਈ ਸੇਵਾ ਨਿਭਾ ਦਿੱਤੀ। ਜੋ ਉਸਨੇ ਸਾਡੀ ਸੇਵਾ ਲਾਈ ਸੀ ਉਹ ਅਸੀਂ ਨਿਭਾ ਦਿੱਤੀ। ਪਰਮਾਤਮਾ ਅਕਾਲ ਪੁਰਖ ਨੂੰ ਸਾਡੇ ਪਾਸੋਂ ਕੁਝ ਨਹੀਂ ਚਾਹੀਦਾ, ਕਿਉਂਕਿ ਜਿਸ ਮਨੁੱਖ ਨੇ ਸਾਨੂੰ ਕੰਮ ਕਿਹਾ ਇਹਦਾ ਮਤਲਬ ਉਹ ਸਾਡੇ ਪਾਸੋਂ ਕੰਮ ਕਰਵਾਉਣਾ ਚਾਹੁੰਦਾ ਸੀ। ਅਸੀਂ ਉਹ ਕੰਮ ਕਰ ਦਿੱਤਾ, ਅਸੀਂ ਉਹ ਸੇਵਾ ਨਿਭਾ ਦਿੱਤੀ, ਉਹ ਖੁਸ਼ ਹੋ ਗਿਆ, ਉਹਨੇ ਧੰਨਵਾਦ ਕੀਤਾ। ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਸਾਡੇ ਪਾਸੋਂ ਕੁਝ ਨਹੀਂ ਚਾਹੀਦਾ, ਗੁਰੂ ਨੂੰ ਸਾਡੇ ਪਾਸੋਂ ਕੁਝ ਨਹੀਂ ਚਾਹੀਦਾ। ਇਹ ਗੱਲ ਬੜੀ ਸਪਸ਼ਟ ਹੈ। ਲੇਕਿਨ ਸਤਿਗੁਰ ਸਾਨੂੰ ਇੰਨੀ ਗੱਲ ਸਮਝਾਉਂਦੇ ਨੇ ਕਿ ਇੱਕ ਅਕਾਲ ਪੁਰਖ ਦੀ ਸ਼ਰਨ ਪਿਆ, ਜੇ ਆਪਾਂ ਉਸ ਦੇ ਸ਼ਰਨ ਪੈਣ ਵਾਲੇ ਸਿਧਾਂਤ ਨੂੰ ਸਮਝ ਗਏ ਤਾਂ ਫਿਰ ਉਸ ਦੇ ਹੁਕਮ, ਉਸ ਦੇ ਭਾਣੇ ਦੇ ਵਿੱਚ ਆਪਣੇ ਆਪ ਅਸੀਂ ਆ ਜਾਵਾਂਗੇ ਔਰ ਉਸ ਦੇ ਸਿਧਾਂਤ ਨੂੰ ਸਮਝ ਕੇ ਉਸ ਦੇ ਲੜ ਲੱਗ ਕੇ ਫਿਰ ਸਾਡੀ ਜਿਹੜੀ ਸੇਵਾ ਸ਼ੁਰੂ ਹੋਏਗੀ ਉਹ ਸੇਵਾ ਅਸਲ ਦੇ ਵਿੱਚ ਪ੍ਰਵਾਨ ਹੋ ਜਾਏਗੀ, ਕਿਉਂਕਿ ਉਸ ਦੇ ਨਾਲ ਫਿਰ ਆਤਮਿਕ ਪੱਖੋਂ ਸਰੀਰਕ ਜ਼ਿੰਮੇਵਾਰੀਆਂ ਮਨੁੱਖ ਸਮਝੇਗਾ ਔਰ ਸਰੀਰਕ ਰੂਪ ਦੇ ਵਿੱਚ ਫਿਰ ਉਸ ਦੀ ਜਿਹੜੀ ਸੇਵਾ ਸਫਲ ਹੈ, ਕਿਉਂਕਿ ਉਹ ਸੇਵਾ ਅਸਲ ਵਿੱਚ ਨਿਸ਼ਕਾਮ ਹੋਏਗੀ, ਉਹਦੇ ਪਿੱਛੇ ਕੋਈ ਕਾਮਨਾ ਨਹੀਂ ਹੋਏਗੀ। ਇਹ ਇੱਕ ਬੜੀ ਸਪਸ਼ਟ ਜੀ ਗੱਲ ਹੈ। ਲੇਕਿਨ ਇਹ ਕਿਉਂਕਿ ਆਪਾਂ ਇਸ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਔਰ ਇਸ ਦੇ ਲਈ ਕਿਉਂਕਿ ਸੇਵਾ ਦਾ ਜਿਹੜਾ ਸੰਦਰਭ ਹੈ ਨਾ, ਇਸ ਦਾ ਗਲਤ ਅਰਥ ਸਾਡੇ ਮਨਾਂ ਵਿੱਚ ਪਾ ਦਿੱਤਾ ਗਿਆ ਔਰ ਫਿਰ ਜਦੋਂ ਸਰੀਰਕ ਸੇਵਾ ਅਸੀਂ ਨਿਭਾ ਰਹੇ ਹੁੰਦੇ ਹਾਂ, ਕਾਮਨਾ ਰੱਖ ਰਹੇ ਹੁੰਦੇ ਹਾਂ, ਕਿਉਂਕਿ ਸਰੀਰਕ ਸੇਵਾ ਨਿਭਾਉਣ ਦੇ ਨਾਲ ਸੁੱਤੇ ਸਿੱਧ ਹੀ ਕਾਮਨਾ ਜਗੇਗੀ। ਅਗਰ ਕੋਈ ਮੰਗ ਦੁਨਿਆਵੀ ਨਹੀਂ ਵੀ ਹੋਏਗੀ ਤਾਂ ਵੀ ਇੱਕ ਐਸੀ ਕਾਮਨਾ ਜਗੇਗੀ ਕਿ ਮੈਂ ਤਾਂ ਹੁਣ ਬਹੁਤ ਸੇਵਾ ਕੀਤੀ ਹੈ, ਇਹਦਾ ਫਲ ਕੁਝ ਨਾ ਕੁਝ ਤਾਂ ਪਰਮਾਤਮਾ ਮੈਨੂੰ ਦੇਵੇਗਾ। ਨਿਸ਼ਕਾਮਤਾ ਫਿਰ ਖਤਮ ਹੋ ਜਾਏਗੀ। ਇਸ ਕਰਕੇ ਸਤਿਗੁਰ ਨੇ ਸਪਸ਼ਟ ਰੂਪ ਦੇ ਵਿੱਚ ਸਮਝਾ ਦਿੱਤਾ, ਬਿਨ ਸਤਿਗੁਰ ਸੇਵੇ ਜੀਆ ਕੇ ਬੰਧਨਾ ਵਿੱਚ ਹੋਮੇ ਕਰਮ ਕਮਾਏ। ਗੱਲ ਸਪਸ਼ਟ ਹੋ ਗਈ ਨਾ। ਜੀਆ ਕੇ ਬੰਧਨਾ, ਜੀ ਦੇ ਬੰਧਨ ਕਿਹੜੇ ਨੇ? ਆਤਮਾ ਦੇ ਲਈ ਮਨੁੱਖ ਦਾ ਕਿਹੜਾ ਬੰਧਨ ਹੋ ਸਕਦਾ ਜਿਹਨੂੰ ਆਪਾਂ ਆਤਮਿਕ ਬੰਧਨ ਕਹਿੰਦੇ ਹਾਂ? ਅਕਾਲ ਪੁਰਖ ਪਰਮਾਤਮਾ ਦੀ ਇਸ ਪੱਖੋਂ ਸੇਵਾ ਨੂੰ ਸਮਝ ਕੇ ਜੇ ਆਪਾਂ ਨਹੀਂ ਸੇਵਾ ਕਰ ਸਕੇ ਤਾਂ ਫਿਰ ਮਨ ਦੇ ਵਿੱਚ ਦੁਨਿਆਵੀ ਅਹੰਕਾਰ ਹੀ ਜਗੇਗਾ। ਕੋਈ ਵੀ ਸੇਵਾ ਕਰ ਲਵੇ ਮਨੁੱਖ ਔਰ ਇਹ ਅਹੰਕਾਰ ਦੀ ਨਿਸ਼ਾਨੀ ਹੈ ਕਿ ਮੈਂ ਇੰਨੀ ਸੇਵਾ ਕਰਦਾ, ਮੈਂ ਇੰਨੀ ਸੇਵਾ ਕਰ ਰਿਹਾ, ਮੈਂ ਇੰਨਾ ਪਾਠ ਕਰ ਰਿਹਾ, ਮੈਂ ਇੰਨਾ ਪਾਠ ਕਰਦਾ, ਔਰ ਫਿਰ ਗਿਲਾ ਵੀ ਉਹਦੇ ਵਿੱਚੋਂ ਨਿਕਲਦਾ ਕਿ ਮੈਂ ਤਾਂ ਇੰਨੀ ਸੇਵਾ ਕੀਤੀ ਸੀ, ਮੈਨੂੰ ਆ ਕੀ ਮਿਲ ਗਿਆ, ਮੇਰੇ ਨਾਲ ਐਸਾ ਕਿਉਂ ਹੋ ਗਿਆ, ਮੈਂ ਤਾਂ ਤੇਰੀ ਸੇਵਾ ਹੀ ਬੜੀ ਕਰਦਾ ਸੀ। ਇਹ ਵੀ ਸੁੱਤੇ ਸਿੱਧ ਇੱਕ ਉਸ ਅਹੰਕਾਰ ਦੀ ਨਿਸ਼ਾਨੀ ਹੈ ਜਿਸ ਸੇਵਾ ਨੂੰ ਅਸੀਂ ਨਿਭਾਇਆ ਹੀ ਤਾਂ ਕਿ ਸਾਡੇ ਨਾਲ ਕੁਝ ਨਾ ਹੋਵੇ। ਨਿਸ਼ਕਾਮਤਾ ਫਿਰ ਖਤਮ ਹੋ ਗਈ। ਸਤਿਗੁਰ ਸਪਸ਼ਟ ਰੂਪ ਦੇ ਵਿੱਚ ਕਹਿੰਦੇ ਨੇ ਕਿ ਅਕਾਲ ਪੁਰਖ ਦੀ ਸੇਵਾ ਤੋਂ ਖੁੰਝਿਆ ਮਨੁੱਖ ਅਸਲ ਦੇ ਵਿੱਚ ਜਿਹੜਾ ਕਰਮ ਕਰਦਾ ਉਹ ਕਰਮ ਅਹੰਕਾਰ ਦੇ ਆਸਰੇ ਹੁੰਦਾ ਹੈ। ਉਸ ਦੇ ਪਿੱਛੇ ਭਾਵਨਾ ਅਹੰਕਾਰ ਦੀ ਹੁੰਦੀ ਹੈ ਔਰ ਇਹ ਅਹੰਕਾਰ ਦੀ ਭਾਵਨਾ ਹੀ ਉਸ ਦੇ ਜੀਅ ਦਾ ਫਿਰ ਬੰਧਨ ਬਣ ਜਾਂਦੀ ਹੈ। ਬੰਧਨ ਇੱਕ ਫਾਹੀ ਹੈ, ਇੱਕ ਰੁਕਾਵਟ ਹੈ। ਜਿਵੇਂ ਆਸਾ ਜੀ ਦੀ ਵਾਰ ਦੇ ਆਪਾਂ ਅਰਥਸਰ ਕਰ ਰਹੇ ਹਾਂ ਨਾ, ਉਹਦੇ ਵਿੱਚ ਵੀ ਇੱਕ ਪਾਵਨ ਸਤਰ ਆਉਂਦੀ ਨਾ, ਹੋਮੇ ਇਹੀ ਬੰਧਨਾ ਫਿਰ ਜੋ ਨਹੀਂ ਪਾਏ। ਹੋਮੇ ਦੇ ਵਿੱਚ ਬੰਧਨਾ ਹੀ ਇਹੀ ਹੈ ਕਿ ਮਨੁੱਖ ਸੇਵਾ ਕਰਕੇ ਉਸ ਨੂੰ ਜਿਤਾ ਦਿੰਦਾ ਹੈ
ਕਿਸੇ ਦੀ ਸਰੀਰਕ ਪੱਖੋਂ ਕਿਸੇ ਨੇ ਸੇਵਾ ਕੀਤੀ ਹੋਵੇ ਔਰ ਜਰਾ ਕੁ ਉਹਦੇ ਵੱਲੋਂ ਕੋਈ ਰਿਸਪੌਂਸ ਘੱਟ ਆ ਜਾਵੇ ਤਾਂ ਸੁਣਾਉਂਦਾ ਫਿਰਦਾ ਮੈਂ ਤਾਂ ਜੀ ਉਹਦੀ ਇੰਨੀ ਸੇਵਾ ਕੀਤੀ, ਸ਼ਰਮ ਨਹੀਂ ਆਉਂਦੀ ਉਹਨੂੰ, ਮੇਰੇ ਖਿਲਾਫ ਜਾ ਕੇ ਬੋਲਦਾ ਫਿਰਦਾ ਮੈਂ ਤਾਂ ਇਹਦੀ ਸੇਵਾ ਹੀ ਨਹੀਂ ਨਿਭਾਈ। ਇਹ ਵੀ ਮਨੁੱਖ ਦੀ ਆਪਣੀ ਹਉਮੈ ਹੈ। ਉਹ ਬੋਲ ਰਹੇ ਤੇ ਹੋਰ ਚੰਗਾ ਕਰ ਰਹੇ, ਗੁਨਾਹ ਕੱਟ ਰਹੇ ਸਾਡੇ। ਹਉਮੈ ਏਈ ਬੰਦਨਾ ਫਿਰ ਜੋ ਨਹੀਂ ਪਾਏ। ਹਉਮੈ ਦੀ ਬੰਦਨਾ ਹੀ ਇਹ ਹੋਈ ਹੈ, ਹਉਮੈ ਦੀ ਬੰਦਸ਼ ਹੀ ਹੋਈ ਹੈ, ਹਉਮੈ ਦੀ ਨਿਸ਼ਾਨੀ ਇਹ ਹੋਈ ਹੈ। ਹਉਮੈ ਦੇ ਵਿੱਚ ਬੰਨਿਆ ਹੋਇਆ ਮਨੁੱਖ ਫਿਰ ਜੋਨੀਆਂ ਪਾਉਂਦਾ। ਤਾਂ ਬੰਧਨ ਇੱਕ ਪਕੜ ਹੈ, ਬੰਧਨ ਇੱਕ ਫਾਹੀ ਹੈ, ਬੰਧਨ ਇੱਕ ਰੁਕਾਵਟ ਹੈ। ਔਰ ਜੇ ਆਪਾਂ ਆਤਮਕ ਪੱਖੋਂ ਬਾਣੀ ਸਮਝ ਗਏ ਤਾਂ ਇਹੋ ਹੀ ਬੰਧਨ ਪੁੱਲ ਵੀ ਬਣ ਜਾਏਗਾ। ਬੰਧਨਾ ਹਰ ਬੰਧਨਾ ਨਿਤ ਰਾਜਾ ਰਾਮ ਰਾਏ ਕੋ। ਸਤਿਗੁਰ ਨੇ ਸਵਈਏ ਦੇ ਵਿੱਚ ਪਾਤਸ਼ਾਹ ਚੌਥੇ ਨੇ ਇਹਦਾ ਵੀ ਜ਼ਿਕਰ ਕੀਤਾ। ਪਾਤਸ਼ਾਹ ਕਹਿੰਦੇ ਭਵ ਸਾਗਰ ਬੰਧਾਇਓ ਸਿੱਖ ਤਾਰੇ ਸੋ ਪ੍ਰਸੰਨੇ। ਉੱਥੇ ਬੰਧਨਾ ਦਾ ਮਤਲਬ ਪੁੱਲ ਹੈ, ਕਿਉਂਕਿ ਬੰਨਣ ਦੀ ਕਿਰਿਆ, ਔਰ ਬੰਨਣ ਦੀ ਕਿਰਿਆ ਹੀ ਉਹ ਕਿਰਿਆ ਜਿਸ ਕਿਰਿਆ ਦੇ ਰਾਹੀਂ ਅਸੀਂ ਅਕਾਲ ਪੁਰਖ ਦੇ ਨਾਲ ਆਪਣੇ ਆਪ ਨੂੰ ਬੰਨਣਾ ਹੈ। ਲੇਕਿਨ ਜਿਹੜੇ ਜੀ ਕੇ ਬੰਧਨ ਨੇ, ਜਿਹੜੇ ਦੁਨਿਆਵੀ ਬੰਧਨ ਨੇ, ਜਿਹੜੀਆਂ ਦੁਨਿਆਵੀ ਰੁਕਾਵਟਾਂ ਨੇ, ਜਿਹੜੇ ਕਰਮ ਕਾਂਡ ਨੇ, ਜਿਹੜੇ ਰਿਸ਼ਤੇਦਾਰੀਆਂ, ਦੋਸਤੀਆਂ, ਮਿੱਤਰਾਂ, ਸਰੀਰਕ ਬੰਧਨ ਨੇ, ਔਰ ਜਿਸ ਦਾ ਆਧਾਰ ਹਉਮੈ ਹੈ, ਸਤਿਗੁਰ ਤੋਂ ਬਿਨਾਂ ਉਹਦੀ ਗੱਲ ਸਮਝ ਨਾ ਲੱਗ ਸਕੇਗੀ। ਇਸ ਕਰਕੇ ਕਰਮ ਉਹਨਾਂ ਦੇ ਆਤਮਾ ਲਈ ਬੰਧਨ ਹੋ ਜਾਣਗੇ। ਉਹ ਕਰਮ ਜਿਹੜੇ ਅਹੰਕਾਰ ਦੇ ਵਿੱਚ ਕੀਤੇ ਜਾਣਗੇ, ਸਤਿਗੁਰ ਦੀ ਸੇਵਾ ਤੋਂ ਬਿਨਾਂ, ਉਸ ਦੀ ਸੇਵਾ ਤੋਂ, ਉਸ ਦੀ ਸੇਵਾ ਨੂੰ ਸਮਝੇ ਬਿਨਾਂ। ਇਸ ਕਰਕੇ ਦੁਨਿਆਵੀ ਤੌਰ ਪਰ ਹੋ ਸਕਦਾ ਹੈ ਉਹ ਸੇਵਾ ਕਰਦਾ ਨਜ਼ਰ ਆਵੇ, ਪਰ ਉਹ ਸੇਵਾ ਕੀ ਉਸ ਦੀ ਪ੍ਰਵਾਨ ਹੋਏਗੀ? ਪ੍ਰਵਾਨ ਕਿਹੜੀ ਚੀਜ਼ ਹੋਏਗੀ? ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਵਸੀ। ਹੁਕਮ ਤਾਂ ਮੰਨਣਾ ਹੀ ਪੈਣਾ, ਲੇਕਿਨ ਜਿਹੜਾ ਪ੍ਰਵਾਨ ਇੱਕ ਅਵਸਥਾ ਹੈ ਜਿੱਥੇ ਅਸੀਂ ਉਸ ਅਕਾਲ ਪੁਰਖ ਦੇ ਦਰ ਉੱਪਰ ਆਪਣੇ ਆਪ ਨੂੰ ਪ੍ਰਵਾਨ ਚੜਾਉਣਾ, ਜਿਹਨੂੰ ਸਤਿਗੁਰੂ ਜੀ ਕੁਰਬਾਨ ਵੀ ਕਹਿੰਦੇ ਨੇ ਅੱਗੇ ਚੱਲ ਕੇ। ਅਕਾਲ ਪੁਰਖ ਪਰਮਾਤਮਾ ਦੀ ਗੁਰੂ ਰਾਹੀਂ ਦਸੀ ਕਾਰ ਨਾ ਕਰਨਾ, ਜਿਸ ਕਾਰਨ ਮਨੁੱਖ ਨੂੰ ਕਿਤੇ ਵੀ ਫਿਰ ਠੌਰ ਨਹੀਂ ਮਿਲਦੀ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜੰਮੇ ਆਵੇ ਜਾਹੇ। ਗੱਲ ਸਪਸ਼ਟ ਹੋ ਗਈ। ਸੇਵਾ ਦੀ ਗੱਲ ਜੇ ਨਹੀਂ ਸਮਝ ਲੱਗੀ, ਔਰ ਕਿਹੜੀ ਸੇਵਾ? ਸਤਿਗੁਰ ਦੀ ਸੇਵਾ। ਪਾਤਸ਼ਾਹ ਪੰਚਮ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸੀਂ ਪਾਵਨ ਸ਼ਹਾਦਤ ਪੁਰਬ ਮਨਾਉਣਾ ਹੈ ਨਾ ਕੱਲ, ਤੇ ਸਤਿਗੁਰ ਪਾਤਸ਼ਾਹ ਜਿਸ ਵਕਤ ਤੱਤੀ ਤਵੀ ਉੱਪਰ ਬੈਠੇ ਹੋਏ ਸਨ ਨਾ, ਤੇ ਸਾਈਂ ਮੀਆਂ ਮੀਰ ਜੀ ਆਏ ਨੇ, ਆਪਾਂ ਸਾਰੇ ਜਾਣਦੇ ਹਾਂ। ਤੇ ਸਾਈਂ ਮੀਆਂ ਮੀਰ ਜੀ ਤੱਤੇ ਹੋ ਗਏ ਸਨ ਕਿ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਦਾ, ਮੈਨੂੰ ਹੁਕਮ ਦੇ, ਕਿਉਂਕਿ ਉਹਨਾਂ ਪਾਸੋਂ ਦੇਖਿਆ ਨਹੀਂ ਗਿਆ, ਜਰਿਆ ਨਹੀਂ ਗਿਆ। ਜਿਹੜੇ ਬੈਠੇ ਨੇ ਉਹ ਜਰ ਰਹੇ ਨੇ। ਤੇ ਸਤਿਗੁਰ ਗੁਰਪਿਤਾ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਕਿ ਸਾਡੇ ਗੁਰਪਿਤਾ ਗੁਰੂ ਰਾਮਦਾਸ ਮਹਾਰਾਜ ਇਸ ਨੂੰ ਵੀ ਸੇਵਾ ਹੀ ਕਹਿੰਦੇ ਨੇ। ਤੇ ਸਤਿਗੁਰਾਂ ਨੇ ਫਿਰ ਉੱਥੇ ਬਾਣੀ ਉਚਾਰੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਕਿ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਤੱਤੀ ਤਵੀ ਉੱਤੇ ਮੇਰਾ ਬੈਠਣਾ ਮੇਰੇ ਸਤਿਗੁਰ ਦਾ ਮਨ ਮੰਨ ਰਿਹਾ, ਕਿਉਂਕਿ ਉਸ ਦੀ ਇਹ ਖਾਹਿਸ਼ ਸੀ ਕਿ ਮੈਂ ਬੈਠਾਂ। ਉਸ ਦੀ ਖਾਹਿਸ਼ ਇਸ ਕਰ ਸੀ ਕਿਉਂਕਿ ਉਹ ਮੇਰੇ ਪਾਸੋਂ ਸ਼ਹਾਦਤ ਦਾ ਪੈਗਾਮ ਦੁਨੀਆ ਨੂੰ ਦਿਵਾਉਣਾ ਚਾਹੁੰਦਾ। ਮੇਰੇ ਲਈ ਇਸ ਤੋਂ ਮੁਬਾਰਕ ਗੱਲ ਹੋਰ ਕੋਈ ਹੋ ਨਹੀਂ ਸਕਦੀ। ਇਸ ਕਰਕੇ ਇਹਦੇ ਵਿੱਚ ਮੇਰੇ ਸਤਿਗੁਰ ਦੀ ਰਜ਼ਾ ਹੈ। ਮੈਂ ਦੇਖਿਆ ਆਪਣੇ ਸਤਿਗੁਰ ਦੀ ਰਜ਼ਾ ਨੂੰ, ਤੇ ਇਹ ਇੱਕ ਸੇਵਾ ਹੋ ਗਈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਉਪਦੇਸ਼ ਜੋ ਦਿੱਤਾ ਸਤਿਗੁਰਾਂ ਸਾ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਪਾਣਾ ਮੰਨਿਆ ਤਿਨ ਚੜੀ ਚਵੱਗਣ ਬੰਨੇ। ਜਿਨਨੇ ਉਸ ਇੱਕ ਅਕਾਲ ਪੁਰਖ ਦਾ ਪਾਣਾ ਮੰਨ ਲਿਆ, ਮੰਨ ਕੇ ਪਾਣਾ ਹੀ ਸਮਝਿਆ ਜਾਵੇਗਾ ਗੁਰੂ ਦਾ ਸਿਧਾਂਤ। ਅਨਿਅਥਾ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨ ਵਸੇ ਮਨ ਮਾਹੇ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬਧੇ। ਮਾਰੀਅਨ ਮੂੰਹ ਕਾਲੇ ਉੱਠ ਜਾਏ। ਅਨੇਕਾਂ ਹੀ ਗੱਲਾਂ ਸਤਿਗੁਰਾਂ ਨੇ ਦੱਸ ਦਿੱਤੀਆਂ ਇੱਕ ਅਕਾਲ ਪੁਰਖ ਦੀ ਸੇਵਾ ਨੂੰ ਸਮਝੇ ਬਿਨਾਂ। ਨਹੀਂ ਕਰ ਸਕੇ ਜਿਹੜੇ ਅਕਾਲ ਪੁਰਖ ਦੀ ਸੇਵਾ, ਨਹੀਂ ਸਮਝ ਸਕੇ ਜਿਹੜੀ ਹਉਮੈ ਦੇ ਵਿੱਚ ਨੇ। ਤਾਂ ਹਉਮੈ ਦੇ ਵਿੱਚ ਮਨੁੱਖ ਬੋਲਦਾ ਕੀ ਹੈ? ਫਿੱਕਾ ਬੋਲਦਾ। ਹਉਮੈ ਦੇ ਵਿੱਚ ਮਿੱਠਾ ਤਾਂ ਬੋਲਦਾ ਨਹੀਂ। ਹਾਂ, ਜੇ ਮਿੱਠਾ ਬੋਲ ਵੀ ਰਿਹਾ ਤਾਂ ਬਨਾਵਟੀ ਤੌਰ ਪਰ। ਆਪ ਵੀ ਨੋਟ ਕਰਨਾ, ਔਰ ਲੋਕ ਨੋਟ ਵੀ ਕਰਦੇ ਆ।
ਕਿਹੜੇ ਲੋਕ ਜਿਹੜੇ ਸਿਆਣੇ ਹੈ, ਜਿਹੜੇ ਸਮਝਦੇ ਹੈ ਕਿ ਇਹ ਬਨਾਵਟੀ ਤੌਰ ਪਰ ਮਿਠਾਸ ਲਿਆ ਕੇ ਬੋਲ ਰਹੇ, ਇਹ ਬਨਾਵਟੀ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਮਨ ਚੋਂ, ਇਹ ਬਨਾਵਟੀ ਜੀ ਜੀ ਕਰ ਰਹੇ ਹੈ। ਲੇਕਿਨ ਉਹ ਨਹੀਂ ਸਮਝਦੇ, ਜਿਹੜੇ ਸਮਝਣ ਦੇ ਕਾਬਲ ਨਹੀਂ, ਜਿਨ੍ਹਾਂ ਨੂੰ ਇੰਨੀ ਕੁ ਜੀ ਗੱਲ ਵੀ ਨਹੀਂ ਨਾ ਸਮਝ ਲੱਗੀ, ਉਹਨਾਂ ਨੂੰ ਕਦੀ ਹੋਰ ਗੱਲ ਕੋਈ ਸਮਝ ਲੱਗ ਹੀ ਨਹੀਂ ਸਕਦੀ। ਅਨਿਯਥਾ ਜਿਸਨੇ ਸਮਝਿਆ ਨਹੀਂ ਉਹ ਫਿੱਕਾ ਬੋਲ ਰਹੇ ਨੇ। ਸਤਿਗੁਰ ਕਹਿੰਦੇ ਨੇ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਭਾਣਾ ਲੈ ਸਜਾਏ। ਫਿੱਕੇ ਦੇ ਲਈ ਐਸਾ ਕਰਮ ਸਤਿਗੁਰ ਨੇ ਇੱਥੇ ਤਾਂ ਪਾਤਸ਼ਾਹ ਨੇ ਇੱਕੋ ਹੀ ਸਤਰ ਦਿੱਤੀ ਹੈ ਕਿ ਸਤਿਗੁਰ ਤੋਂ ਬਿਨਾਂ ਉਸ ਨੂੰ ਬੋਲਣਾ ਨਹੀਂ ਆਉਂਦਾ, ਕਿਉਂਕਿ ਹਉਮੈ ਦਾ ਮਾਰਿਆ ਹੋਇਆ ਬੋਲ ਨਾ ਜਾਣੇ, ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ। ਉਹਨੂੰ ਕੀ ਬੋਲਣਾ, ਉਹਨੂੰ ਕੀ ਪਤਾ ਲੱਗੇਗਾ ਕਿਸ ਤਰ੍ਹਾਂ ਅਕਾਲ ਪੁਰਖ ਦੇ ਪ੍ਰਤੀ ਕਿਹੜਾ ਸ਼ਬਦ ਬੋਲਣਾ ਹੈ। ਨਾਮ ਮਨ ਵਿੱਚ ਨਹੀਂ ਵਸਿਆ ਨਾ ਬਿਨ ਸਤਿਗੁਰ ਸੇਵੇ, ਫਿੱਕਾ ਬੋਲਣਾ ਨਾਮ ਨਾ ਵਸੇ ਮਨ ਆਏ, ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬਦੇ ਮਾਰੀਅਨ ਮੂੰਹ ਕਾਲੇ ਉੱਠ ਜਾਏ। ਮੂੰਹ ਕਾਲੇ ਤਿੰਨ ਨਿੰਦਕਾਂ। ਅਜਿਹੇ ਮਨੁੱਖ ਇਸ ਸੰਸਾਰ ਦੇ ਵਿੱਚੋਂ ਮੂੰਹ ਕਾਲਾ ਕਰਕੇ ਜਾਂਦੇ ਹੈ। ਪਾਤਸ਼ਾਹ ਫਿਰ ਕਹਿੰਦੇ ਹੈ, ਮਹੱਲਾ ਪਹਿਲਾ, ਸਤਿਗੁਰ ਕਹਿੰਦੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ। ਸ਼ਲੋਕਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਕਤ ਜਦੋਂ ਅੰਕਿਤ ਕੀਤੇ ਸਨ, ਤਾਂ ਇੱਥੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵੀ ਬਾਣੀ ਨਾਲ ਹੈ। ਜਾਲੋ ਐਸੀ ਰੀਤ, ਜਾਲੋ ਦਾ ਮਤਲਬ ਹੈ ਜਲਾ ਦਿਓ। ਕਿਹੜੀ ਰੀਤ? ਹੁਣ ਰੀਤ ਕੀ ਹੈ? ਰੀਤ ਅਸਲ ਦੇ ਵਿੱਚ ਉਹ ਰਸਮ ਹੈ ਜਿਹੜੀ ਮਨੁੱਖ ਰਸਮ ਦੇ ਤੌਰ ਉੱਪਰ ਨਿਭਾਉਂਦਾ ਹੈ। ਨਿਭਾਉਂਦਿਆਂ ਉਹ ਰਸਮ ਫਿਰ ਰੀਤ ਬਣ ਜਾਂਦੀ ਹੈ। ਜਿਵੇਂ ਧਰਮ ਦੇ ਵਿੱਚ ਕਈ ਰੀਤਾਂ, ਜਿਨ੍ਹਾਂ ਨੂੰ ਆਪਾਂ ਰਿਵਾਜ਼ ਵੀ ਕਹਿ ਲੈਂਦੇ ਹਾਂ, ਧਰਮ ਦੇ ਵਿੱਚ ਆਈਆਂ ਰੀਤਾਂ, ਔਰ ਉਸ ਨੂੰ ਫਿਰ ਕਈ ਮਨੁੱਖ ਮਰਿਆਦਾ ਸਮਝ ਬੈਠਦੇ ਨੇ। ਰੀਤ ਰਤੇ ਜਾਣ ਦੀ ਕਿਰਿਆ ਵੀ ਹੈ, ਜਿਹਦਾ ਸਤਿਗੁਰ ਨੇ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਨੇ ਜ਼ਿਕਰ ਕੀਤਾ। ਇੱਕ ਸਹਿ ਦੀ ਸਾਮਗਰੀ, ਇੱਕ ਸਹਿ ਦੀ ਹੀ ਰੀਤ। ਇੱਥੇ ਅਕਾਲ ਪੁਰਖ ਦੀ ਉਸ ਰੀਤ ਦੀ ਗੱਲ ਕਰ ਰਹੇ ਕਿ ਅਕਾਲ ਪੁਰਖ ਦਾ ਸਿਧਾਂਤ ਕੇਵਲ ਇੱਕੋ ਹੀ ਹੈ ਸੰਸਾਰ ਦੇ ਵਿੱਚ। ਹਰ ਮੇਰੀ ਪ੍ਰੀਤ ਰੀਤ ਹੈ, ਹਰ ਮੇਰੀ ਕਥਾ ਕਹਾਣੀ। ਜੀ ਗੁਜਰੀ ਰਾਗ ਦੇ ਵਿੱਚ ਪਾਤਸ਼ਾਹ ਤੀਜੇ ਨੇ ਕਿਹਾ ਕਿ ਮੇਰੀ ਰੀਤ ਇੱਕੋ ਹੀ ਹੈ, ਕਿਉਂਕਿ ਅਕਾਲ ਪੁਰਖ ਦੀ ਰੀਤ ਇੱਕੋ ਹੀ ਹੈ। ਰੀਤ ਨੂੰ ਸੁਭਾਅ ਵੀ ਕਿਹਾ, ਰੀਤ ਨੂੰ ਢੰਗ ਵੀ ਕਿਹਾ, ਤਰੀਕਾ ਵੀ ਕਿਹਾ, ਰੀਤ ਨੂੰ ਜੁਗਤ ਵੀ ਕਿਹਾ। ਹੁਣ ਇੱਥੇ ਉਹ ਕਿਹੜੀ ਰੀਤ ਹੈ? ਉਹ ਵਾਲੀ ਰੀਤ ਜਿਸ ਰੀਤ ਦੇ ਕੀਤਿਆਂ, ਭਾਵ ਜਿਸ ਕਰਮ ਕਾਂਡ ਦੇ ਕੀਤਿਆਂ ਪਿਆਰਾ ਵਿਸਰੇ। ਮਨੁੱਖ ਸੂਰਜ ਨੂੰ ਪਾਣੀ ਸੁੱਟ ਰਿਹਾ ਤਾਂ ਫਿਰ ਯਾਦ ਕੀ ਹੋਏਗਾ? ਸੂਰਜ, ਪਾਣੀ, ਜਾਂ ਫਿਰ ਉਹ ਪੂਰਵਜ ਜਿਨ੍ਹਾਂ ਦੇ ਲਈ ਪਾਣੀ ਸੂਰਜ ਨੂੰ ਸੁੱਟ ਰਿਹਾ। ਪਰਮਾਤਮਾ ਤਾਂ ਨਫੀ ਹੋ ਗਿਆ, ਅਕਾਲ ਪੁਰਖ ਤਾਂ ਵਿਸਰ ਗਿਆ। ਇਸੇ ਕਰਕੇ ਸਿੱਖ ਸੂਰਜ ਨੂੰ ਨਹੀਂ, ਸੂਰਜ ਨੂੰ ਰੋਸ਼ਨੀ ਦੇਣ ਵਾਲੇ ਨੂੰ ਪ੍ਰਣਾਮ ਕਰਦਾ ਹੈ। ਤਿਸ ਦੇ ਚਾਨਣ ਸਭ ਮੇ ਚਾਨਣ ਹੋਈ। ਧਾਗਾ ਪਾਇਆ ਤਾਂ ਫਿਰ ਪਰਮਾਤਮਾ ਤਾਂ ਵਿਸਰ ਗਿਆ, ਅਕਾਲ ਪੁਰਖ ਤਾਂ ਵਿਸਰ ਗਿਆ। ਜਿਹੜੀਆਂ ਮਨੁੱਖ ਨੇ ਕਰਮ ਕਾਂਡ ਦੀਆਂ ਰੀਤਾਂ ਬਣਾ ਲਈਆਂ ਨੇ, ਉਹਨਾਂ ਰੀਤਾਂ ਦੇ ਕੀਤਿਆਂ ਪਰਮਾਤਮਾ ਜਿੱਥੇ ਵਿਸਰਦਾ ਹੈ, ਸਤਿਗੁਰ ਕਹਿੰਦੇ ਨੇ ਜਾਲੋ ਐਸੀ ਰੀਤ। ਡਾਕਟਰ ਰਾਧਾ ਕ੍ਰਿਸ਼ਨਨ ਨੇ ਜਿਹੜਾ ਮੁੱਖ ਬੰਦ ਲਿਖਿਆ ਯੂਨੈਸਕੋ ਦੇ ਵਿੱਚ, ਦ ਸੈਕਰਡ ਰਾਈਟਿੰਗਸ ਆਫ ਗੁਰੂ ਗ੍ਰੰਥ ਸਾਹਿਬ ਜੀ, ਉਹਦੇ ਵਿੱਚ ਉਹ ਇੱਕ ਗੱਲ ਬੜੀ ਅੱਛੀ ਲਿਖਦਾ ਹੈ ਕਿ ਜਿਹੜੀਆਂ ਰੀਤਾਂ ਗੁਰੂ ਨਾਨਕ ਨੇ ਸਿੱਖਾਂ ਨੂੰ ਦਿੱਤੀਆਂ ਸਨ ਰੱਬ ਨੂੰ ਮਿਲਣ ਦੀਆਂ, ਸਿੱਖ ਉਹ ਰੀਤਾਂ ਖੁਦ ਨਹੀਂ ਅਪਣਾ ਸਕੇ। ਇਸ ਕਰਕੇ ਉਹ ਦੁਨਿਆਵੀ ਉਹਨਾਂ ਰੀਤਾਂ ਵਿੱਚ ਹੀ ਪਏ ਰਹੇ ਜਿਹੜੀਆਂ ਰੀਤਾਂ ਪ੍ਰਚਲਿਤ ਚੱਲੀਆਂ ਆ ਰਹੀਆਂ ਸਨ। ਗੁਰੂ ਨਾਨਕ ਨੇ ਜਿਹੜੀਆਂ ਤੋੜ ਦਿੱਤੀਆਂ ਸਨ। ਇਹ ਰੀਤ ਹੀ ਸੀ ਕਿ ਧਾਗਾ ਪਾਓਗੇ ਤਾਂ ਜੰਨਤ ਵਿੱਚ ਜਾਓਗੇ। ਇਹ ਰੀਤ ਹੀ ਸੀ ਕਿ ਸੂਰਜ ਵੱਲ ਸੁੱਟੋਗੇ ਪਾਣੀ ਤੁਹਾਡੇ ਪੂਰਵਜਾਂ ਨੂੰ ਪਹੁੰਚ ਜਾਏਗਾ। ਇਹ ਰੀਤ ਹੀ ਸੀ ਕਿ ਮਰਨ ਤੋਂ ਬਾਅਦ ਜੋ ਛਕਾਓਗੇ ਪ੍ਰਸ਼ਾਦ ਪੰਡਤਾਂ ਨੂੰ ਜਾਂ ਦਿਓਗੇ ਜੋ ਪੰਡਤਾਂ ਨੂੰ, ਉਹ ਪਹੁੰਚ ਜਾਏਗਾ ਪਰਮਾਤਮਾ ਉੱਥੇ ਤੁਹਾਡੇ ਪੂਰਵਜਾਂ ਤੱਕ, ਮਰੇ ਹੋਏ ਪੂਰਵਜਾਂ ਤੱਕ। ਇਸ ਕਰਕੇ ਲੋਕ ਫਿਰ ਕੀ ਕਰਦੇ ਸਨ? ਲੋਕ ਕਿਉਂਕਿ ਨਾ ਸਮਝ ਸਨ, ਉਹ ਮਰਨ ਤੋਂ ਬਾਅਦ ਵੀ ਛਤਰੀ, ਰਜਾਈ, ਭਾਂਡੇ ਆਪਣੇ ਪੁੱਤਰਾਂ ਨੂੰ ਭੇਜਣ ਦੇ ਲਈ, ਆਪਣੇ ਪਿਤਰਾਂ ਨੂੰ ਭੇਜਣ ਦੇ ਲਈ, ਖਿਮਾ ਕਰਨੀ, ਪੰਡਤਾਂ ਨੂੰ ਦੇ ਦਿਆ ਕਰਦੇ ਸਨ। ਅਸੀਂ ਉਹ ਅੱਜ ਕੱਲ੍ਹ ਗੁਰਦੁਆਰਿਆਂ 'ਚ ਦੇ ਦਿੰਦੇ ਹਾਂ। ਮੈਂ ਨਹੀਂ ਕਹਿੰਦਾ ਕਿ ਦੇਣੇ ਨਹੀਂ ਚਾਹੀਦੇ ਗੁਰਦੁਆਰਿਆਂ 'ਚ, ਇਸ ਰੀਤ ਦੇ ਪ੍ਰਥਾਏ ਨਹੀਂ ਦੇਣੇ ਚਾਹੀਦੇ। ਦਿਓ, ਜ਼ਰੂਰ ਦਿਓ, ਕਿਉਂਕਿ ਉੱਥੇ ਵੀ ਸੇਵਾ ਅਸੀਂ ਕਰਨੀ ਹੈ।
लेकिन जिस वक्त कोई मरे उस वक्त क्यों? ਇਹ ਰੀਤ ਦੇ ਪ੍ਰਤੀ ਦਿੱਤੇ ਗਏ। ਰੀਤ ਉਹ ਜਿਹੜੀ ਅਕਾਲ ਪੁਰਖ ਦੇ ਨਾਲ ਮਿਲਾਏ, ਜਾਂ ਰੀਤ ਉਹ ਜਿਹੜੀ ਵਿਛਾੜ ਦੇਵੇ, ਜਿਸ ਦੇ ਕੀਤਿਆਂ ਮਨੁੱਖ ਵਿਛੜ ਜਾਏ। ਤੋ ਸਤਿਗੁਰ ਕਹਿੰਦੇ ਨੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤਰੇ। ਰੀਤ ਉਹ ਭਲੀ ਹੈ ਜਿਸ ਦੇ ਪਿੱਛੇ ਪ੍ਰੀਤ ਨਿਭੇ, ਪਿਆਰ ਨਿਭੇ। ਪੌੜੀ, ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਪਾਈਏ। ਹੁਣ ਸਤਿਗੁਰਾਂ ਨੇ ਉਹ ਹਦਾਇਤ ਦਿੱਤੀ ਹੈ ਕਿ ਸੇਵਨਾ ਕਿਸ ਨੂੰ ਹੈ। ਗੱਲ ਸੇਵਨ ਦੀ ਹੈ, ਇੱਕ ਅਕਾਲ ਪੁਰਖ, ਔਰ ਉਸ ਨੂੰ ਸੇਵਣਾ ਕਿਵੇਂ ਹੈ? ਹਰ ਇੱਕ ਧਿਆਈਏ, ਉਸ ਇੱਕ ਨੂੰ ਧਿਆਉਣ ਵਿਧੀ ਦੇ ਨਾਲ ਉਸ ਨੂੰ ਸੇਵਣਾ ਹੈ। ਇੱਕ ਨੂੰ ਧਿਆਨ ਦੀ ਵਿਧੀ ਕੀ ਹੈ? ਇੱਕ ਨੂੰ ਧਿਆਨ ਦੀ ਵਿਧੀ ਹੈ, ਹਰ ਇੱਕੋ ਦਾਤਾ ਮੰਗੀਏ। ਹੁਣ ਇੱਥੇ ਮੰਗਣ ਦਾ ਮਤਲਬ ਕੀ ਹੈ? ਸੰਸਾਰਕ ਤੌਰ ਉੱਪਰ ਜੋ ਮਨੁੱਖ ਦੇ ਨਾਲ ਵਾਪਰ ਰਿਹਾ, ਉਹ ਉਸ ਦੇ ਕਰਮਾਂ ਦੇ ਮੁਤਾਬਕ ਵਾਪਰ ਰਿਹਾ, ਔਰ ਇਸ ਕਰਮਾਂ ਦੇ ਮੁਤਾਬਕ ਵਾਪਰੇ ਹੋਏ ਭਾਣੇ ਦੇ ਪਿੱਛੇ ਅਕਾਲ ਪੁਰਖ ਦਾ ਨਿਆਂ ਹੈ, ਉਸ ਦਾ ਫੈਸਲਾ ਹੈ। ਅਕਾਲ ਪੁਰਖ ਦਾ ਨਿਆਂ ਕੀ ਹੈ? ਮੇਰੇ ਕਰਮਾਂ ਦੇ ਮੁਤਾਬਕ ਜੋ ਮੈਂ ਕੀਤਾ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨਾ। ਭਾਵ ਜਿਸ ਕਿਸਮ ਦੇ ਮੈਂ ਕਰਮ ਕਰਾਂਗਾ, ਦੁਸ਼ਕਰਮ ਨੇ ਜਾਂ ਸ਼ੁਭ ਕਰਮ ਨੇ, ਇਹਦਾ ਫੈਸਲਾ ਪਰਮਾਤਮਾ ਕਰੇਗਾ, ਅਕਾਲ ਪੁਰਖ ਕਰੇਗਾ। ਔਰ ਉਸ ਕਰਮ ਦੇ ਪ੍ਰਤੀ ਕਿੰਨੀ ਕੁ ਸਜ਼ਾ ਬਣਨੀ ਹੈ, ਕਿੰਨੇ ਕੁ ਜੋਨੀਆਂ ਕੱਟਣੀਆਂ ਨੇ, ਉਹਨਾਂ ਜੋਨੀਆਂ ਦੇ ਵਿੱਚ ਰਹਿੰਦੇ ਹੋਏ ਕਿੰਨਾ ਕੁ ਦੁੱਖ ਪਾਣਾ। ਹੁਣ ਮਨੁੱਖਾ ਜਨਮ ਮਿਲ ਜਾਏ, ਮਨੁੱਖਾ ਜਨਮ ਦੇ ਵਿੱਚ ਮਿਲਣ ਤੋਂ ਬਾਅਦ ਮਨੁੱਖ ਫਿਰ ਅਪਾਹਜ ਵੀ ਹੋ ਜਾਂਦੇ ਨੇ। ਮਨੁੱਖਾ ਜਨਮ ਮਿਲਣ ਤੋਂ ਬਾਅਦ ਦੁੱਖ ਤਕਲੀਫਾਂ, ਜੋਨੀਆਂ ਦੇ ਵਿੱਚ ਕਈ ਕਿਸਮ ਦੀਆਂ ਦੁੱਖਾਂ ਤਕਲੀਫਾਂ, ਕਿਉਂਕਿ ਮਨੁੱਖ ਦੀ ਜੋਨੀ ਦੇ ਵਿੱਚ ਹਰ ਮਨੁੱਖ ਦੀ ਮੁਕੱਦਰ ਇੱਕੋ ਜਿਹੀ ਨਹੀਂ ਹੈ। ਹਰ ਮਨੁੱਖ ਇੱਕੋ ਜਿਹੀ ਜ਼ਿੰਦਗੀ ਨਹੀਂ ਭੁਗਤ ਰਿਹਾ। ਇੱਕ ਦਾਤੇ ਇੱਕ ਭਿਖਾਰੀ ਜੀ, ਕਈ ਕੋਟ ਬੈਠੇ ਥੀ ਖਾਏ, ਕਈ ਕੋਟ ਘਾਲੇ ਥਕ ਪਾਏ। ਹੈ ਦੋਨੋਂ ਹੀ ਮਨੁੱਖਾ ਜਨਮ ਦੇ ਵਿੱਚ ਨੇ। ਕਈ ਬੈਠੇ ਹੀ ਖਾਈ ਜਾ ਰਹੇ ਨੇ, ਕਈ ਜੰਮਦੇ ਹੀ ਰਾਜੇ ਨੇ। ਕਈ ਕੋਟ ਬੈਠੇ ਥੀ ਖਾਏ, ਕਈ ਕੋਟ ਘਾਲੇ ਥਕ ਪਾਏ। ਕਈ ਕੋਟ ਕੀਏ ਧਨਵੰਤ, ਹੈ ਉਹ ਵੀ ਮਨੁੱਖ ਨੇ। ਕਈ ਕੋਟ ਮਾਇਆ ਮੇਂ ਚਿੰਤ, ਉਹਨਾਂ ਨੂੰ ਵੀ ਮਨੁੱਖਾ ਜਨਮ ਹੀ ਮਿਲਿਆ। ਤੇ ਇਸ ਦਾ ਕਾਰਨ ਕੀ ਹੈ ਕਿ ਕਿਉਂ ਕਈ ਕੋਟ ਬੈਠੇ ਥੀ ਖਾ ਰਹੇ ਨੇ, ਕਈ ਕੋਟ ਕਿਉਂ ਘਾਲੇ ਥੱਕ ਪਾ ਰਹੇ ਨੇ, ਕਈ ਕੋਟ ਕਿਉਂ ਧਨਵੰਤ ਕਰ ਦਿੱਤੇ ਨੇ ਸਤਿਗੁਰ ਨੇ, ਕਈ ਕੋਟ ਮਾਇਆ ਦੇ ਵਿੱਚ ਹੀ ਚਿੰਤ ਨੇ। ਕਿਉਂ ਐਸਾ ਕਿਉਂ ਹੈ? ਕਿਉਂਕਿ ਪਾਤਸ਼ਾਹ ਦਾ ਫੈਸਲਾ, ਸਤਿਗੁਰ ਕਹਿੰਦੇ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਹੱਥੇ। ਜਿਸ ਤਰ੍ਹਾਂ ਦਾ ਉਸ ਦਾ ਭਾਣਾ ਹੈ, ਉਹ ਉਸ ਤਰ੍ਹਾਂ ਰੱਖਦਾ ਹੈ। ਇਸ ਦੇ ਪਿੱਛੇ ਸਾਰਾ ਪਰਮਾਤਮਾ ਅਕਾਲ ਪੁਰਖ ਦਾ ਹੱਥ। ਇਸ ਕਰਕੇ ਜੇ ਦੁੱਖ ਆਇਆ ਜਾਂ ਸੁੱਖ ਆਇਆ, ਇੱਕੋ ਦਾਤਾ ਨੇ ਦਿੱਤਾ ਹੈ। ਤੇ ਫਿਰ ਹਰ ਇੱਕੋ ਦਾਤਾ ਮੰਗੀਏ, ਫਿਰ ਉਸ ਦੇ ਕੋਲੋਂ ਹੀ ਕਿਉਂ ਨਾ ਜਾ ਕੇ ਮੰਗੀਏ? ਫਿਰ ਮੈਂ ਕਿਉਂ ਜਾਵਾਂ ਟੂਣੇ ਧਾਰ ਕੋਲ? ਫਿਰ ਮੈਂ ਕਿਉਂ ਜਾਵਾਂ ਡੇਰੇ ਧਾਰ ਕੋਲ? ਕਿਉਂਕਿ ਡੇਰੇ ਧਾਰ ਕੋਲ, ਟੂਣੇ ਧਾਰ ਕੋਲ ਕੁਛ ਹੈ ਹੀ ਨਹੀਂ ਹੈ। ਜੇ ਉਸ ਦੇ ਕੋਲ ਕੁਝ ਹੁੰਦਾ ਨਾ, ਤਾਂ ਉਹ ਆਪਣੀ ਦੁਕਾਨ ਖੋਲ ਕੇ ਕਦੀ ਨਾ ਬੈਠਦਾ, ਕਦੀ ਉਹ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨਾ ਦਿੰਦਾ ਕਿ ਮੇਰੇ ਕੋਲ ਆਓ। ਕਿਉਂਕਿ ਮੇਰੇ ਕੋਲ ਆਓ ਕਿਉਂ ਇਸ਼ਤਿਹਾਰ ਦੇ ਰਿਹਾ? ਕਿਉਂਕਿ ਉਹਨੂੰ ਤੁਹਾਡੇ ਕੋਲੋਂ ਪੈਸੇ ਚਾਹੀਦੇ ਨੇ, ਮਾਇਆ ਚਾਹੀਦੀ ਹੈ। ਔਰ ਅਗਰ ਉਸ ਦੇ ਕੋਲ ਇਸ ਦਾ ਇਲਾਜ ਹੁੰਦਾ ਤਾਂ ਘਰ ਬੈਠੇ ਫਿਰ ਮਾਇਆ ਪੈਦਾ ਕਰ ਲੈਂਦਾ। ਆਪਣੇ ਆਪ ਜੰਤਰ ਮੰਤਰ ਪੜ੍ਹ ਕੇ ਜਿਹੜੇ ਟੂਣੇ ਤਬੀਤ ਉਹ ਤੁਹਾਨੂੰ ਸਾਨੂੰ ਦੇ ਰਿਹਾ, ਉਹੀ ਟੂਣੇ ਤਬੀਤ ਕਰਕੇ ਆਪਣੇ ਘਰ ਬੈਠਾ ਕਮਰੇ 'ਚ ਮਾਇਆ ਬਣਾਈ ਜਾਂਦਾ, ਔਰ ਐਸ਼ ਕਰੀ ਜਾਂਦਾ। ਕਿਉਂਕਿ ਉਸ ਦੇ ਕੋਲ ਕੁਝ ਹੈ ਨਹੀਂ ਸੀ। ਹਾਂ, ਉਸ ਦੇ ਕੋਲ ਇੱਕ ਭਰਮ ਭੁਲੇਖਾ ਪਾਉਣ ਦੀ ਜੁਗਤ ਜ਼ਰੂਰ ਸੀ। ਉਸ ਜੁਗਤ ਦਾ ਉਸਨੇ ਇਸਤੇਮਾਲ ਕੀਤਾ, ਔਰ ਇਸ ਕਰਕੇ ਉਹ ਆਮ ਜਿਸ ਤਰ੍ਹਾਂ ਠੱਗ ਜਿਹੜੀ ਜੁਗਤ ਦਾ ਇਸਤੇਮਾਲ ਕਰਦਾ, ਉਸ ਤਰ੍ਹਾਂ ਦਾ ਇਸਤੇਮਾਲ ਉਹ ਕਰ ਰਹੇ ਨੇ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਕੋਈ ਮਦਾਰੀ ਆਪਾਂ ਸੜਕ 'ਤੇ ਜਾਂਦਿਆਂ ਦੇਖਦੇ ਹਾਂ, ਉਹ ਕਦੀ ਡੰਡੇ 'ਚੋਂ ਪਾਣੀ ਕੱਢ ਦਿੰਦਾ, ਕਦੀ ਕਿਸੇ ਦੀ ਜੀਭ ਕੱਟ ਦਿੰਦਾ, ਕਦੀ ਕਿਸੇ ਨੂੰ ਕੁਝ ਕਰ ਦਿੰਦਾ, ਕਦੀ ਕਿਸੇ ਨੂੰ ਕੁਝ ਕਰ ਦਿੰਦਾ। ਉਹੀਓ ਅਗਰ ਉਹ ਸਾਧ ਦੇ ਕੱਪੜੇ ਪਾ ਲਵੇ, ਭਗਵੇ ਪਾ ਲਵੇ, ਚਿੱਟੇ ਪਾ ਲਵੇ, ਮਾਲਾ ਫੜ ਲਵੇ, ਗੋਲ ਪੱਗ ਬੰਨ੍ਹ ਲਵੇ, ਉਹੀਓ ਡੰਡੇ 'ਚੋਂ ਪਾਣੀ ਕੱਢ ਦੇਵੇ, ਅਤੇ ਆਪਾਂ ਉਹਨੂੰ ਕਰਨੀ ਵਾਲਾ ਸਾਧ ਕਹਿ ਦਿੰਦੇ। ਮਦਾਰੀ ਨੂੰ ਵੀ ਆਪਾਂ ਦੇਖਦੇ ਹਾਂ, ਪਰ ਮਦਾਰੀ ਨੂੰ ਆਪਾਂ ਕਦੀ ਵੀ ਉਹਦੇ ਤੋਂ ਕਦੀ ਵੀ ਨਹੀਂ ਕਹਾਂਗੇ ਉਹਨੂੰ ਕਿ ਸਾਧ ਹੈ, ਕਦੀ ਵੀ ਪ੍ਰਭਾਵਿਤ ਨਹੀਂ ਹੋਵਾਂਗੇ। ਉਹੀ ਉਹ ਕੰਮ ਮਦਾਰੀ ਵਾਲੇ ਉਹ ਕਰ ਰਹੇ। ਕੰਮ ਕੀ ਕੀਤਾ ਉਹਨੇ ਸਿਰਫ ਕੰਮ ਇਹ ਕੀਤਾ ਕਿ ਉਹਨੇ ਵੇਸ਼ ਭੂਸ਼ਾ ਬਣਾ ਲਈ ਸਾਧਾਂ ਵਾਲੀ, ਕੰਮ ਮਦਾਰੀਆਂ ਵਾਲੀ ਨੇ, ਔਰ ਆਪਾਂ ਉਸ ਨੂੰ ਸੰਤ ਮੰਨ ਲਿਆ। ਇਸ ਕਰਕੇ ਮੰਗਣ ਲਈ ਉਹਦੇ ਕੋਲ ਚਲੇ ਗਏ।
सतगुर कहते हैं ऐसा नहीं करना, हर इक्को दाता मंगीए, मन चिंदिया पाइए। तो मन चिंदिया, चिंदिया का मतलब की है कि ਜਿਹੜੀ ਤੁਹਾਡੀ ਮਨ ਦੀ ਇੱਛਾ ਹੈ, ਜਿਸ ਵਕਤ ਮਨੁੱਖ ਅਕਾਲ ਪੁਰਖ ਦੇ ਭਾਣੇ ਨੂੰ ਸਮਝ ਜਾਏਗਾ ਤਾਂ ਮਨ ਦੀ ਇੱਛਾ ਕੇਵਲ ਇੱਕੋ ਹੀ ਹੋ ਜਾਏਗੀ ਕਿ ਜੋ ਤੇਰਾ ਹੁਕਮ ਜੋ ਤੂੰ ਦੇਵੇਂ। ਚਿੰਦਿਆ ਦਾ ਮਤਲਬ ਮਨ ਭਾਉਂਦਾ ਹੈ, ਮਨ ਚਾਹਿਆ। ਤਾਂ ਮਨ ਦੇ ਵਿੱਚ ਚਾਹਨਾ ਕੀ ਜਗੇਗੀ? ਜਿਸ ਨੂੰ ਇੱਕ ਦੀ ਮਿਲਣ ਦੀ ਚਾਹਨਾ ਜਗੀ, ਉਸ ਤੋਂ ਬਾਅਦ ਕੋਈ ਹੋਰ ਚਾਹਨਾ ਨਹੀਂ, ਕਿਉਂਕਿ ਬਾਕੀ ਸਭ ਕੁਝ ਰੂਟੀਨ ਦੇ ਵਿੱਚ ਜੋ ਮਿਲਣਾ ਹੈ ਉਹ ਸਾਨੂੰ ਸਾਡੇ ਕਰਮਾਂ ਦੇ ਮੁਤਾਬਕ ਮਿਲ ਹੀ ਜਾਣਾ। ਜੇ ਨਹੀਂ ਮਿਲਣਾ ਤਾਂ ਜ਼ੋਰ ਲਾ ਲਓ, ਨਹੀਂ ਮਿਲਣਾ। ਜੇ ਮਿਲਣਾ ਹੈ ਤਾਂ ਕੁਝ ਵੀ ਨਾ ਕਰੋ ਤਾਂ ਵੀ ਮਿਲ ਜਾਣਾ। ਲੇਕਿਨ ਮਨੁੱਖ ਜ਼ੋਰ ਹੀ ਲਾਈ ਜਾਂਦਾ, ਨਹੀਂ ਮਿਲ ਰਿਹਾ ਉਹਦੇ ਲਈ ਜ਼ੋਰ ਲਾ ਰਿਹਾ, ਔਰ ਫਿਰ ਕੁਝ ਦਿਨਾਂ ਬਾਅਦ ਉਹਨੂੰ ਰਾਹਤ ਥੋੜ੍ਹੀ ਜਿਹੀ ਇਸ ਕਰਕੇ ਮਿਲਦੀ ਹੈ ਕਿ ਬਾਬਾ ਜੀ ਨੇ ਬਚਨ ਕਰ ਦਿੱਤੇ ਨੇ ਜੀ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਏ। ਔਰ ਆਖਰੀ ਪਾਵਨ ਪੰਕਤੀਆਂ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਨਾਨਕ ਤਿਨ ਬਿੱਟੋ ਵਾਰਿਆ, ਜਿਨ ਅੰਧਨ ਹਿਰਦੇ ਹਰ ਨਾਮ ਤੇ ਆਈਏ। ਕੁਰਬਾਨ ਮੈਂ ਉਹਨਾਂ ਤੋਂ ਸਦਕੇ ਜਿਹੜੇ ਹਰ ਵੇਲੇ ਅਕਾਲ ਪੁਰਖ ਦਾ ਨਾਮ ਇਸ ਪੱਖੋਂ ਸਿਮਰਦੇ ਨੇ, ਔਰ ਇਸ ਪੱਖੋਂ ਜਿਸ ਨੇ ਵੀ ਅਕਾਲ ਪੁਰਖ ਦਾ ਨਾਮ ਸਿਮਰਿਆ ਉਸ ਨੇ ਅਕਾਲ ਪੁਰਖ ਦੇ ਨਾਮ ਦਾ ਹੀ ਫਲ ਪ੍ਰਾਪਤ ਕੀਤਾ, ਉਸ ਦੀ ਮਨ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ। ਧੰਨਵਾਦ ਆਪ ਜੀ ਦਾ, ਸ਼ੁਕਰਾਨਾ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 15 ਜੂਨ ਹੈ, 15 ਜੂਨ 2011, ਔਰ 15 ਜੂਨ 1606 ਵਾਲੇ ਦਿਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਊ ਪੱਥਰ ਫਾਊਂਡੇਸ਼ਨ ਸਟੋਨ ਰੱਖਿਆ ਸੀ। ਅੱਜ ਦੇ ਦਿਨ 15 ਜੂਨ 1606 ਵਾਲੇ ਦਿਨ। ਅੱਜ ਦੇ ਦਿਨ ਭਾਵ 15 ਜੂਨ 1940 ਵਾਲੇ ਦਿਨ ਪੰਜਾਬ ਦੀ ਹਿੰਦੂ ਪ੍ਰੈਸ ਦੇ ਕਾਰਨ ਕੁਝ ਸਿੱਖਾਂ ਅਤੇ ਮੁਸਲਮਾਨਾਂ ਦੇ ਵਿੱਚ ਆਪਸੀ ਅਣਬਣ, ਆਪਸੀ ਰੰਜਿਸ਼ ਸਾਹਮਣੇ ਆਈ ਸੀ। 15 ਜੂਨ 1936 ਵਾਲੇ ਦਿਨ ਅੰਮ੍ਰਿਤਸਰ ਵਿਖੇ ਕੁਝ ਸਿੱਖਾਂ ਅਤੇ ਮੁਸਲਮਾਨਾਂ ਦੇ ਫਸਾਦ ਭੜਕੇ ਸਨ, ਔਰ ਮੁਸਲਮਾਨਾਂ ਵੱਲੋਂ ਘੀ ਮੰਡੀ ਦੇ ਇੱਕ ਗੁਰਦੁਆਰਾ ਸਾਹਿਬ ਨੂੰ ਅਗਨ ਭੇਟ ਕੀਤੇ ਜਾਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਅੱਜ ਦੇ ਦਿਨ ਭਾਵ 15 ਜੂਨ 1942 ਵਾਲੇ ਦਿਨ ਸਰ ਸਿਕੰਦਰ ਅਤੇ ਸਰਦਾਰ ਬਲਦੇਵ ਸਿੰਘ ਵਿਚਾਲੇ ਇੱਕ ਜਨਤਕ ਸਮਝੌਤਾ ਹੋਇਆ ਸੀ। ਬਲਦੇਵ ਸਿੰਘ ਨੇ ਸਾਰੀ ਕੌਮ ਨੂੰ ਗਿਰਵੀ ਰੱਖ ਦਿੱਤਾ ਸੀ, ਔਰ 22 ਜੂਨ 1942 ਨੂੰ ਇਸ ਦੇ ਬਦਲੇ ਬਲਦੇਵ ਸਿੰਘ ਨੂੰ ਉਸ ਵਕਤ ਦੀ ਨਹਿਰੂ ਵਜ਼ਾਰਤ ਦੇ ਵਿੱਚ ਅਹੁਦਾ ਦਿੱਤਾ ਗਿਆ ਸੀ, ਭਾਵ ਉਹਨਾਂ ਨੂੰ ਡਿਫੈਂਸ ਮਿਨਿਸਟਰ ਬਣਾਇਆ ਗਿਆ ਸੀ। ਇਸ ਸਮਝੌਤੇ ਨੂੰ ਸਿਕੰਦਰ ਬਲਦੇਵ ਪੈਕਟ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਅੱਜ ਦੇ ਦਿਨ ਭਾਵ 15 ਜੂਨ 1986 ਵਾਲੇ ਦਿਨ ਇਹ ਦੁਸ਼ਪ੍ਰਚਾਰ ਬਾਰ-ਬਾਰ ਕੀਤਾ ਜਾ ਰਿਹਾ ਸੀ ਕਿ ਦਰਬਾਰ ਸਾਹਿਬ ਤੋਂ ਕੁਝ ਗਲਤ ਚੀਜ਼ਾਂ ਨਿਕਲੀਆਂ ਨੇ। ਪੁਲਿਸ ਦੇ ਜਾਣ ਮਗਰੋਂ ਇਸ ਗੱਲ ਦੀ ਜਾਂਚ ਦੇ ਲਈ ਫਿਰ ਟਾਸਕ ਫੋਰਸ ਤੈਨਾਤ ਕਰ ਦਿੱਤੀ ਗਈ ਸੀ। ਅੱਜ ਦੇ ਦਿਨ ਭਾਵ 15 ਜੂਨ 1984 ਵਾਲੇ ਦਿਨ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ, ਜਿਹੜੇ ਕਿ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ, ਪ੍ਰੇਮ ਸਿੰਘ ਚੰਦੂਮਾਜਰਾ, ਉਹਨਾਂ ਨੂੰ NSA ਭਾਵ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਦੇ ਦਿਨ ਭਾਵ 15 ਜੂਨ 1984 ਵਾਲੇ ਦਿਨ ਅੰਮ੍ਰਿਤਸਰ ਦਾ SSP ਚੌਧਰੀ ਸੂਬੇ ਸਿੰਘ ਨੂੰ ਲਗਾਇਆ ਗਿਆ ਸੀ, ਜਿਨ੍ਹਾਂ ਨੂੰ ਬੂਆ ਸਿੰਘ ਜੀ ਦੀ ਜਗ੍ਹਾ ਉੱਪਰ ਲਗਾਇਆ ਗਿਆ ਸੀ। ਇਹਨਾਂ ਦੋਨਾਂ ਨੇ ਹੀ ਜੰਮ ਕੇ
उस वक्त जुल्म ढाए सन सिखां उपर। अज दे दिन भाव 15 जून 1984 वाले दिन प्रसिद्ध वकील राम जेठ मिलानी ने जनता पार्टी की मीत प्रधानगी तो अस्तीफा दे दिता सी। और उन्होंने ये अस्तीफा देने तो बाद भारत की सुप्रीम कोर्ट दे विच सिख लीडरां दी गिरफ्तारी नूं चुनौती दित्ती सी।